8 तारीख को अनंतनाग ज़िले में आतंकवादियों के हाथों एक सरपंच अजय पंडिता जी की हत्या की जाती है। उसके बाद अगर जम्मू क्षेत्र में देखो, जहाँ पर सरपंच साहब, जहाँ पर काफ़ी इनमें रोष है, हम इनसे बात करना चाहते हैं। सर, क्या डिमांड, आप काफ़ी देर से सुरक्षा की डिमांड कर रहे हैं और उसमें चूक हो रही है? देखो, जब हमारी इलेक्शन हुई थी तो सत्यपाल मलिक जी ने उस वक्त भी हमें आश्वासन दिए थे। जब गुलशन ग्राउंड में हमें शब्द ग्रहण पे भी ये आश्वासन दिए गए थे कि सरपंचों को सिक्योरिटी प्रोवाइड करवाएंगे। अब वो समय नहीं रहा कि ज़्यादा खतरे की बात, तो उस वक्त सब लोगों ने हौसला अफजाई से इलेक्शनें लड़ी थी, इलेक्शनें जीते भी है और 18 सरपंच हमारे आगे शहीद हो गए। अजय पंडिता जी हमारे 19वें नंबर पर शहीद हुए। हम गवर्नमेंट से यही डिमांड रखना चाहते हैं कि सरपंचों को सिक्योरिटी प्रोवाइड करवाई जाए और आगे से ऐसी हत्याएं ना हो। हम इस हत्या की कड़ी शब्दों में निंदा करते हैं और जो हमारे सरपंच शहीद हुए हैं उनको हम सच्ची श्रद्धांजलि भी देना चाहते हैं। हमारे एक सरपंच की शहीदी और लगी है, मगर उनकी शहीदी व्यर्थ नहीं जानी चाहिए। हम गवर्नमेंट से यही डिमांड रखते हैं कि सरपंचों को सिक्योरिटी प्रोवाइड करवाई जाए। ਕੀ ਹੋਣਾ ਚਾਹੀਦਾ ਸੀ? ਸਭ ਤੋਂ ਪਹਿਲਾਂ ਸਰਕਾਰ ਨੇ ਜਿਹੜੀ ਚੂਕ ਕੀਤੀ ਹੈ, ਜਦੋਂ ਸਾਡੀ ਇਲੈਕਸ਼ਨ ਹੋਈ ਉਹਦੇ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਂਗੇ, ਲੇਕਿਨ ਉਹਨਾਂ ਨੇ ਕੁਝ ਨਹੀਂ ਦਿੱਤਾ। ਇੱਕ ਮੰਤਰੀ ਦੇ ਕੋਲ ਇੱਥੇ 10 ਜਾਂ 20 ਬੰਦੇ ਬੈਠੇ ਨੇ। ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਵੀ ਸਾਡੇ ਜ਼ਿਲ੍ਹੇ ਨੇ, ਜੰਮੂ ਕਸ਼ਮੀਰ ਔਰ ਜਿਹੜੇ ਜੰਮੂ ਪ੍ਰੋਵੀਜ਼ਨ ਦੇ ਵਿੱਚ ਜ਼ਿਲ੍ਹੇ ਨੇ, ਜਿਸ ਤਰ੍ਹਾਂ ਕਿਸ਼ਤਵਾੜ, ਪੁੰਛ ਸ਼ਹਿਰ, ਜੌਰੀ ਹੈ, ਇਹਨਾਂ 'ਚ ਸਰਪੰਚਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਇਹਨਾਂ ਨੂੰ ਸੁਰੱਖਿਆ ਜਿਹੜੀ ਹੈ ਗਾਰਡ ਦਿੱਤੀ ਜਾਏ ਤਾਂ ਕਿ ਇਹ ਆਪਣੀ ਜਿਹੜੀ ਸੁਰੱਖਿਆ ਉਹ ਮਜ਼ਬੂਤ ਹੋ ਜਾਏ ਤੇ ਇਹ ਬਚ ਸਕਣ। ਜੋ ਸਰਪੰਚ ਸਾਡੇ ਸ਼ਹੀਦ ਹੋਏ ਆ ਅਜੇ ਪੰਡਿਤਾ ਜੀ, ਉਹਨਾਂ ਨੂੰ ਅੱਜ ਤੋਂ 2 ਸਾਲ ਪਹਿਲਾਂ ਤੋਂ ਥ੍ਰੈਡ ਆ ਰਹੇ ਸੀ। ਹਾਂਜੀ, ਧਮਕੀਆਂ ਮਿਲ ਰਹੀਆਂ, ਥ੍ਰੈਡ ਆ ਰਹੇ ਸੀ ਕਿ ਅਗਰ ਉਹਨੂੰ ਟਾਈਮ ਦੇ ਸਿਕਿਉਰਿਟੀ ਦਿੱਤੀ ਜਾਂਦੀ ਤੇ ਅੱਜ ਇਹ ਉਹਨਾਂ ਦੀ ਜਾਨ ਬਚ ਸਕਦੀ ਸੀ। ਇਹ ਅਸੀਂ ਗਵਰਨਰ ਸਾਹਿਬ ਅੱਗੇ ਅਪੀਲ ਕਰਾਂਗੇ ਕਿ ਐਸਾ ਜਿਹੜਾ ਖੇਲ ਹੈ ਇਹ ਖੂਨੀ ਖੇਲ ਖੇਲ ਰਹੀ ਹੈ। ਸਿਆਸਤ ਨੂੰ ਅੱਗੇ ਆ ਕੇ ਪਾਰਟੀਬਾਜ਼ੀ ਨੂੰ ਛੱਡ ਕੇ ਇਹਦਾ ਕੋਈ ਹੱਲ ਕੱਢਣਾ ਚਾਹੀਦਾ। ਦੂਸਰਾ, ਇੱਕ ਮੈਂ ਐਲਜੀ ਸਾਹਿਬ ਸੇ ਔਰ ਅਪੀਲ ਕਰਾਂਗਾ ਕਿ ਜਿਹੜਾ ਸਾਡਾ ਸਰਪੰਚ ਸਾਹਿਬ ਸ਼ਹੀਦ ਹੋਇਆ ਹੈ ਉਹਦੇ ਪਰਿਵਾਰ ਨੂੰ ਇੱਕ ਬੰਦੇ ਨੂੰ ਨੌਕਰੀ ਦਿੱਤੀ ਜਾਏ ਔਰ ਕਮ ਸੇ ਕਮ 1 ਕਰੋੜ ਰੁਪਏ ਦਾ ਉਹਨਾਂ ਨੂੰ ਜਿਹੜਾ ਫੰਡ ਦਿੱਤਾ ਜਾਏ ਤਾਂ ਕਿ ਜਿਹੜਾ ਉਹਨਾਂ ਦਾ ਪਿਛਲਾ ਪਰਿਵਾਰ ਹੈ ਉਹ ਆਪਣੀ ਜ਼ਿੰਦਗੀ ਬਤੀਤ ਕਰ ਸਕੇ। ਬਾਕੀ ਜਿਹੜੀ ਸੁਰੱਖਿਆ ਅਗਰ ਇਹ ਦਿੰਦੇ ਨੇ ਤੇ ਅਗਲੀ ਜਿਹੜੀ ਆਉਣ ਵਾਲੀ ਇਲੈਕਸ਼ਨ ਹੋਏਗੀ ਉਹਦੇ 'ਚ ਸਰਪੰਚ ਇਲੈਕਸ਼ਨ ਲੜਨਗੇ, ਨਹੀਂ ਤਾਂ ਅਸੀਂ ਅਗਲੀ ਇਲੈਕਸ਼ਨ ਜਿਹੜੀ ਹੈ ਬਾਈਕਾਟ ਕਰਾਂਗੇ ਸਰਪੰਚ, ਤਾਂ ਕਿ ਜਦੋਂ ਸਾਨੂੰ ਸਿੱਖਿਆ ਨਹੀਂ ਦੇਣੀ ਹੈ ਨਾ, ਸੁਰੱਖਿਆ ਨਹੀਂ ਦੇਣੀ ਕੋਈ, ਤੇ ਉਹਦੇ ਸਾਨੂੰ ਲੜਨ ਦਾ ਕੋਈ ਫਾਇਦਾ ਨਹੀਂ ਹੈ। ਜੰਮੂ ਪ੍ਰੋਵੀਜ਼ਨ ਦੇ ਵਿੱਚ ਸਰਪੰਚਾਂ ਨੂੰ ਕੋਈ ਜ਼ਰੂਰਤ ਨਹੀਂ ਹੈ। ਅਸੀਂ ਇਹੀ ਕਹਾਂਗੇ ਜਿਹੜੇ ਸਾਡੇ ਜੰਮੂ ਪ੍ਰੋਵੀਜ਼ਨ ਦੇ ਡਿਸਟ੍ਰਿਕਟ ਕਿਸ਼ਤਵਾੜ, ਡੋਡਾ, ਭੱਦਰਵਾ ਜਾਂ ਸ੍ਰੀਨਗਰ ਪ੍ਰੋਵੀਜ਼ਨ ਦੇ ਵਿੱਚ ਸਾਰਿਆਂ ਨੂੰ ਸਿਕਿਉਰਿਟੀ ਦਿੱਤੀ ਜਾਏ ਤਾਂ ਕਿ ਜਿਹੜੇ ਸਰਪੰਚ ਸਾਡੇ ਆ ਉਹ ਆਪਣੀ ਜ਼ਿੰਦਗੀ ਬਚਾ ਸਕਣ। ਜਿਸ ਤਰ੍ਹਾਂ ਦੇਖੋ, ਜਿਹੜਾ ਸਰਪੰਚ ਸਾਹਿਬ ਨੇ ਜੀ ਆਖਿਆ ਕਿ ਸਾਡਾ ਜਿਹੜਾ ਸਰਪੰਚੇ ਦਾ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾ, ਮੇਰਾ ਵੀ ਇਹ ਆਖਣਾ ਕਿ ਜਿਹੜੇ ਵੀ ਆਤੰਕਵਾਦ ਦੇ ਪ੍ਰਭਾਵਿਤ ਹੋਏ ਦੇ ਜਿਹੜੇ ਵੀ ਇਲਾਕੇ ਏਰੀਏ ਉਹਦੇ ਵਿੱਚ ਜਿਹੜੇ ਵੀ ਪੰਚ ਸਰਪੰਚ ਨੇ ਉਹਨਾਂ ਦੀ ਸੁਰੱਖਿਆ ਦਿੱਤੀ ਜਾ। ਗੌਰਮੈਂਟ ਵਾਲਾ ਕੋਈ ਇੰਤਜ਼ਾਮ ਕੀਤੇ ਜਾਣ ਕਿ ਕਿਸ ਪੰਚ ਸਰਪੰਚ ਨੇ ਜਿਹੜੇ ਉਹਦਾ ਜਿਹੜਾ ਮਨੋਬਲ ਨਹੀਂ ਟੁੱਟਿਆ, ਉਹ ਦਹਿਸ਼ਤ 'ਚ ਨਹੀਂ ਆਉਣ ਔਰ ਡਰਨ ਨਹੀਂ, ਇਹਨੇ ਲੋਕਾਂ ਕਹਿੰਦਾ ਉਹ ਮੁਕਾਬਲਾ ਕਰਨ, ਲੋਕਾਂ ਨੂੰ ਉਹ ਸਮਝਾਉਣ, ਲੋਕ ਉਹਦੇ ਕੰਨਾਂ ਤੋਂ ਪੰਚ ਸਰਪੰਚ ਬਣੇ। ਲੇਕਿਨ ਸਰਕਾਰ ਦਾ ਵੀ ਇੱਕ ਫਰਜ਼ ਬਣਦਾ ਕਿ ਬਾਕੀ ਠੀਕ ਆਖਿਆ ਨੇ ਕਿ ਮੰਤਰੀ ਉਹ ਮਤਲਬ ਕਿ ਰਾਸ਼ਟਰਵਾਦੀ ਲੋਕ ਹਨ, ਆਤੰਕਵਾਦ ਚਾਹੁੰਦੇ ਕਿ ਉਹ ਸਾਡੇ ਨਾਲ ਆਉਣ ਤੇ ਉਹ ਨਹੀਂ ਆਉਂਦੇ ਨੇ। ਇਸ ਕਰੀਏ ਸਰਕਾਰ ਕੀ ਵੀ ਪੰਚ ਸਰਪੰਚ ਦਾ ਸਾਥ ਦੇਣਾ ਚਾਹੀਦਾ, ਉਹਨੇ ਕੀ ਮਜ਼ਬੂਤ ਕਰਨਾ ਚਾਹੀਦਾ ਕਿ ਉਹ ਬਗੈਰ ਨਿਡਰ ਹੋਈ ਹੈ ਜਿਹੜਾ ਉਹ ਲੋਕਾਂ ਨੂੰ ਸਮਝਾਈਏ ਤੇ ਰਾਸ਼ਟਰਵਾਦੀ ਬਣਾਉਣ ਦੀ ਕੋਸ਼ਿਸ਼ ਕਰਨ। ਇਹ ਚੰਦ ਜਿਹੜੇ ਲੋਕ ਨੇ, ਜਿਹੜੇ ਆਤੰਕਵਾਦੀ ਨੇ ਸਾਡੇ, ਇਹ ਡਰਾਉਣ ਦੀ ਕੋਸ਼ਿਸ਼ ਕਰਦੇ ਨੇ। ਜਿਵੇਂ 19-20 ਸਰਪੰਚ ਨੇ ਮਾਰੀ ਉੜੇ ਨੇ। ਸਰਕਾਰ ਦਾ ਜ਼ਿਆਦਾ ਫਰਜ਼ ਬਣਦਾ ਕਿ ਨਹੀਂ ਕਿ ਇੱਕ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾ, ਜਿਹੜੇ ਵੀ ਆਤੰਕਵਾਦ ਦੇ ਦਾਇਰੇ ਚ ਆਉਂਦੇ ਨੇ ਉਹਨੇ ਦਿੱਤੀ ਜਾ। ਜੀ ਬਸ ਮੇਰਾ ਇਹ ਆਖਣਾ। ਬਾਕੀ ਇੱਕ ਉਹਨੇ ਰਿਲੀਫ ਜਿਹੜਾ ਉਹਦੀ ਫੈਮਿਲੀ ਕੀ ਦਿੱਤਾ ਜਾ ਕਿ ਕੱਲ੍ਹ ਕੀ ਉਹ ਵਿਚਾਰੇ ਖੱਜਲ ਨਹੀਂ ਹੋਣ। ਆਉਣੇ ਵਾਲੇ ਟਾਈਮ 'ਚ ਕੌਣ ਪੰਚ ਸਰਪੰਚ ਕਿਹੜਾ ਖਲੋਗ, ਕਿਹੜਾ ਕਰਗ, ਇਹ ਇੱਕ ਬੜਾ ਅੱਛਾ ਮੁੱਦਾ, ਸੋਚਣੇ ਵਾਲਾ ਮੁੱਦਾ ਕਿ ਅਗਰ ਇਹਨੇ ਕੀ ਨਹੀਂ ਮੂੰਹ ਤੋੜਿਆ ਜਾ। ਸੱਚੇ ਦੇਸ਼ ਭਗਤ ਲੋਕ ਹਨ ਜਿਹੜੇ ਆਤੰਕਵਾਦ ਵਿੱਚ ਏਰੀਆ ਵਿੱਚ ਜਿਹੜੇ ਕਰਾ ਕਰਦੇ ਨੇ, ਉਹ ਮਤਲਬ ਆਪਣੀ ਜਾਨ ਕੀ ਦਾਅ ਪਰ ਲਾਈ ਹੈ, ਮਤਲਬ ਕਿ ਦੇਸ਼ ਦਾ ਝੰਡਾ ਚੁੱਕਾ ਦੇਣ। ਤੇ ਸਰਕਾਰ ਕੀ ਵੀ ਚਾਹੀਦਾ ਕਿ ਸਾਡੇ ਦੇਸ਼ ਵਾਸੀ ਨੇ, ਇਹ ਜਿਹੜੇ ਪੱਕੇ ਦੇਸ਼ ਵਾਸੀ ਨੇ, ਉਹਦਾ ਮਨੋਬਲ ਵਧਾਇਆ ਜਾ, ਨਾ ਕਿ ਉਹਦਾ ਮਨੋਬਲ ਤੋੜਿਆ ਜਾ। ਜਿਵੇਂ ਦੱਸਾ ਦੇਣ ਕਿ ਪਹਿਲੇ ਉਹਨੇ ਥ੍ਰੈਡ ਆਵਾ ਦੇਣ, 15-20 ਦਿਨ ਪਹਿਲੇ ਥ੍ਰੈਡ ਆਵਾ ਦੇਣ, ਸਰਕਾਰ ਦੀ ਤਰਫਾ ਦਾ ਕੋਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। अगर वो कर लेंदे तो शायद बच जाता। सर, बात ऐसी है कि ये जो अजय पंडिता जी की डेथ हुई है श्रीनगर में, ये पहले तो
सवालिया निशान इस पर गवर्नमेंट की नेगलिजेंसी है कि वो प्रोवाइड सिक्योरिटी जो करनी चाहिए थी वो प्रोवाइड नहीं की, क्योंकि अगर ऐसे सरपंचों के साथ ऐसा होता रहा तो अक्सर यही होगा कि सोचने को मजबूर हो जाएंगे पंच सरपंच के आगे के लिए इलेक्शन लड़नी है कि नहीं लड़नी है। अगर हमें ये 1.5 साल हो गया सिक्योरिटी नहीं दे सकते तो ये जो सिक्योरिटी हम भी कहते हैं कि सिक्योरिटी वहाँ दो जहाँ सिक्योरिटी इनको ज़रूरत है पंचों सरपंचों की, और श्रीनगर में अगर ऐसे हालात हैं तो फिर कौन आगे के लिए इलेक्शन लड़ेगा। और हमें भी पंचों सरपंचों को सोचना पड़ेगा कि हम सब एक राय बना के चलें, और अगर गवर्नमेंट हमारे लिए नहीं कुछ करती है तो हमें भी गवर्नमेंट के लिए बारे में सोचना चाहिए कि क्या ये गवर्नमेंट हमारे लिए कुछ कर रही है कि नहीं कर रही है। तो मैं इसी के साथ ये भी कहना चाहता हूँ कि ये जो अजय पंडिता जी की फैमिली है उनको जो है फाइनेंशियली भी सपोर्ट की जाए, और अगर कोई उनका बच्चे को गवर्नमेंट जॉब दिया जाए तो उसमें भी होगा। पंचों सरपंचों का अगर गवर्नमेंट ख्याल नहीं रखेगी तो पंच सरपंच भी आगे के लिए सोचेंगे कि इलेक्शन लड़नी है कि नहीं है। तो थैंक्स करता हूँ आपके। जम्मू क्षेत्र के जो सरपंच है, जहाँ पर 16 या 17 सरपंच आए हैं, इनका एक ही कहना है कि जो आतंकवाद प्रभावित एरिया हैं वहाँ पर जो सरपंच पंचों को सुरक्षा मुहैया करवाई जाए, और इनका जो अजय पंडिता जी जो इनको आतंकवाद की हत्या हुई है इनको लेकर भी रोष है, और इनका ये कहना है कि प्रभावित परिवार को उचित मुआवजा दिया जाए। मुकेश रैना, पंजाब केसरी, आरसपुरा।